चार दीवारी भी इत्थे नहीं सीगी। ये बिल्कुल स्क्रैच तो कम इस सरकार विच शुरू करवाया गया है। उधम सिंह जी ते सियासत बहुत लोगों ने की, उन्हां दा नाम बहुत लोगों ने वरत्या, सौहां भी खादियां। ਜਿਹੜਾ 6 ਮਹੀਨਿਆਂ 'ਚ ਇੰਨੀ ਤੇਜ਼ੀ ਨਾਲ ਕੰਮ ਪੂਰਾ ਹੋਇਆ, ਪਹਿਲਾਂ ਕਿਉਂ ਨਹੀਂ ਹੋਇਆ? 4.5 ਸਾਲ ਬੀਤ ਚੁੱਕੇ ਸੀ। ਅੱਜ ਵਿਰੋਧੀਆਂ ਨੇ ਦੇਖੋ ਕੋਈ ਨਾ ਕੋਈ ਗੱਲ ਕਰਨੀ ਹੈ, ਵਿਰੋਧੀਆਂ ਨੇ ਕੁਛ ਨਾ ਕੁਛ ਕਹਿਣਾ ਹੀ ਹੁੰਦਾ ਹੈ। ਸਾਡੇ ਵੱਲ ਉਂਗਲ ਚੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਝਾਤੀ ਮਾਰਨੀ ਚਾਹੀਦੀ ਹੈ। ਤੁਹਾਡੀ ਵੀ ਵਕਾਰ ਦਾ ਸਵਾਲ ਬਣ ਗਿਆ। ਤੁਸੀਂ ਵੀ ਇਹ ਗੱਲ ਕਹੀ ਸੀ, ਜੇਕਰ ਇਹ ਕੰਮ ਪੂਰਾ ਨਹੀਂ ਹੁੰਦਾ ਤਾਂ ਮੈਂ ਚੋਣਾਂ ਨਹੀਂ ਲੜਨੀਆਂ। ਜੀ ਮੈਂ ਤਾਂ ਇਹ ਵੀ ਕਿਹਾ ਸੀਗਾ ਕਿ ਜੇ ਨਾ ਪੂਰਾ ਹੋਇਆ ਤਾਂ ਮੈਂ ਆਪਣੀ ਜ਼ਮੀਨ, ਨਿੱਜੀ ਜ਼ਮੀਨ ਵੀ 2 ਕਿੱਲੇ ਵੇਚ ਕੇ ਇਸ ਨੂੰ ਬਣਵਾਉਂਗੀ। ਕਿ ਮੈਨੂੰ ਹੀ ਇਹ ਰਾਜਨੀਤੀ ਆਂਦੀ ਸੀ, ਇਹਨਾਂ ਨੂੰ ਨਹੀਂ ਸੀ ਆਂਦੀ। ਇਹ ਵੀ ਕਰ ਲੈਂਦੇ, 10-10 ਸਾਲ ਇੱਥੇ ਮੰਤਰੀ ਰਹੇ ਨੇ। ਜੀ ਸਮਝਦੇ ਹੋ ਵੀ ਸਿਆਸਤ ਹੋਈ ਹੈ ਇਸ ਮੈਮੋਰੀਅਲ ਨੂੰ ਲੈ ਕੇ? ਸਿਆਸਤ ਤਾਂ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਜ਼ਮੀਨ ਖਰੀਦ ਕੇ ਤੇ ਨੀਂਹ ਪੱਥਰ ਲਾ ਲਿਆ। ਇਸ ਤਰ੍ਹਾਂ ਸ਼ਹੀਦ ਊਧਮ ਸਿੰਘ ਦੇ ਕੋਈ ਰਿਵਾਲਵਰ ਹੈ ਜਾਂ ਉਹਨਾਂ ਦੀ ਕਿਤਾਬ ਹੈ ਜਾਂ ਕੱਪੜੇ ਨੇ ਅਜੇ ਤੱਕ ਲੰਡਨ ਤੋਂ ਨਹੀਂ ਆ ਸਕੇ। बहुत सारे ऐसे दस्तावेज ने, बहुत सारी ऐसी चिट्ठियां ने, बहुत सारी ऐसी रसीदा ने उस म्यूजियम में रखन जा रहे हैं जो लोगों ने शायद पहला कभी नहीं सी देखा होगा। ਸ਼ਹੀਦ ਊਧਮ ਸਿੰਘ ਦੇ ਵਾਰਸਾਂ ਦੀ ਗੱਲ ਬਾਰ-ਬਾਰ ਆਂਦੀ ਹੈਗੀ ਹੈ। ਇਹ ਦਾਅਵਾ ਕਰਦੇ ਨੇ ਵੀ ਸਾਡੇ ਪੁੱਤਾਂ ਨੂੰ ਨੌਕਰੀਆਂ ਜਿਹੜੀਆਂ ਉਹਦਾ ਕੀ ਰੇੜਕ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਰਾਕੇਸ਼ ਕੁਮਾਰ। ਅੱਜ ਅਸੀਂ ਗੱਲ ਕਰਾਂਗੇ ਸ਼ਹੀਦ ਊਧਮ ਸਿੰਘ ਦੀ। ਉਸ ਧਰਤੀ ਤੇ ਖੜਿਆਂ ਸ਼ਹੀਦ ਦੀ, ਸੁਨਾਮ ਦੀ ਧਰਤੀ ਤੇ, ਜਿੱਥੇ 2 ਦਸ਼ਕਾਂ ਬਾਅਦ ਜਿਹੜਾ ਸ਼ਹੀਦ ਊਧਮ ਸਿੰਘ ਦੀ ਯਾਦ ਦੇ ਵਿੱਚ ਮੈਮੋਰੀਅਲ ਬਣਾਇਆ ਗਿਆ ਤੇ ਕੰਮ ਪੂਰਾ ਹੋ ਚੁੱਕਿਆ ਹੈ। ਤੇ ਇਹ ਦੱਸ ਦਈਏ ਕਿ ਜਿਹੜਾ ਮੈਮੋਰੀਅਲ ਬਣਨਾ ਸੀ ਇਹ 2016 ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ ਬੀਜੇਪੀ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ। ਉਸ ਤੋਂ ਬਾਅਦ ਜ਼ਮੀਨ ਐਕਵਾਇਰ ਕੀਤੀ ਗਈ ਪਰ ਕੰਮ ਨਹੀਂ ਸ਼ੁਰੂ ਹੋ ਸਕਿਆ ਤੇ ਦੀਵਾਰਾਂ ਚਾਰ ਦੀਵਾਰੀ ਖਿੱਚ ਕੇ ਕੰਮ ਬੰਦ ਹੋ ਚੁੱਕਿਆ ਸੀ। ਤੇ ਅੱਜ ਉਹ ਘੜੀ ਆ ਚੁੱਕੀ ਹੈ ਤੇ ਖੁਸ਼ਖਬਰੀ ਆ ਚੁੱਕੀ ਹੈ ਕਿ ਇਸ ਦਾ ਕੰਮ ਜਿਹੜਾ ਪੂਰਾ ਹੋ ਚੁੱਕਿਆ ਹੈ। ਤਸਵੀਰਾਂ ਰਾਹੀਂ ਤੁਹਾਨੂੰ ਵਿਖਾ ਦੇਣਾ ਚਾਹੁੰਦੇ ਹਾਂ ਕਿ ਬਠਿੰਡਾ ਸੁਨਾਮ ਰੋਡ ਤੇ ਇਹ ਬਣਾਇਆ ਗਿਆ ਮੈਮੋਰੀਅਲ ਤੇ ਯਾਦਾਸ਼ਤ ਜਿਹੜੀ ਹੈਗੀ ਹੈ ਸ਼ਹੀਦ ਊਧਮ ਸਿੰਘ ਦੀ ਉਹ ਵੀ ਇੱਥੇ ਨਸ਼ਰ ਕੀਤੀ ਗਈ ਹੈ। ਖੂਬਸੂਰਤ ਨਜ਼ਾਰੇ ਤੇ ਹਰਿਆਲੀ ਤੁਸੀਂ ਵੇਖ ਸਕਦੇ ਹੋ। ਇਸ ਦਾ ਜਿਹੜਾ ਉਦਘਾਟਨ ਹੋ ਚੁੱਕਿਆ ਹੈ। ਲੰਬੇ ਸਮੇਂ ਤੋਂ ਜਿਹੜਾ ਇੰਤਜ਼ਾਰ ਹੈ ਉਹ ਖਤਮ ਹੋ ਚੁੱਕਿਆ ਹੈ ਕਿਉਂਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਮੈਮੋਰੀਅਲ ਯਾਦਗਾਰ, ਵੱਡੀ ਯਾਦਗਾਰ ਬਣਾਈ ਜਾਵੇ। ਤੇ ਖਾਸ ਯੋਗਦਾਨ ਜਿਹੜਾ ਰਿਹਾ ਹੈਗਾ ਇੱਥੇ ਦੇ ਹਲਕਾ ਇੰਚਾਰਜ ਕਾਂਗਰਸ ਦੇ ਮੈਡਮ ਦਮਨ ਬਾਜਵਾ ਸਾਡੇ ਨਾਲ ਮੌਜੂਦ ਨੇ। ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਤੇ ਪ੍ਰੋ ਪੰਜਾਬ ਟੀਵੀ 'ਚ ਤੁਹਾਡਾ ਸਵਾਗਤ ਹੈ। ਤੇ ਤੁਹਾਡੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਹੋਏਗੀ ਕਿਉਂਕਿ ਤੁਸੀਂ ਵਾਅਦਾ ਕੀਤਾ ਪਰ ਸਮਾਂ ਜਿਹੜਾ ਬਹੁਤ ਜ਼ਿਆਦਾ ਲੱਗ ਚੁੱਕਿਆ। ਇਹੀ ਜਾਣਾਂਗੇ ਸਭ ਤੋਂ ਪਹਿਲਾਂ ਤਾਂ ਇੰਨਾ ਲੰਬਾ ਸਮਾਂ 2 ਦਸ਼ਕਾਂ ਦੀ ਜਿਹੜੀ ਮੰਗ ਸੀ ਤੇ ਪੂਰੀ ਨਹੀਂ ਹੋ ਸਕੀ ਤੇ ਅੱਜ ਕਿਵੇਂ ਪੂਰੀ ਤੇ ਕੰਮ ਕਿਉਂ ਰੁਕਿਆ ਸੀ ਪਹਿਲਾਂ? ਇਹ ਜੀ ਰਾਕੇਸ਼ ਜੀ, ਮੈਂ ਤੁਹਾਨੂੰ ਸੁਣ ਰਹੀ ਸੀ ਜਦੋਂ ਤੁਸੀਂ ਪਹਿਲਾਂ ਸ਼ੁਰੂਆਤ ਵੀ ਕੀਤੀ। ਤੁਸੀਂ ਕਿਹਾ ਕਿ ਇਸ ਦਾ ਉਦਘਾਟਨ ਪਿਛਲੇ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ, ਨੀਂਹ ਪੱਥਰ ਰੱਖਿਆ ਉਹਨਾਂ ਨੇ। ਔਰ ਤੁਸੀਂ ਕਿਹਾ 4 ਦੀਵਾਰੀ, ਮੈਂ ਤੁਹਾਨੂੰ ਦੱਸਣਾ 4 ਦੀਵਾਰੀ ਵੀ ਇੱਥੇ ਨਹੀਂ ਸੀਗੀ। ਇਹ ਬਿਲਕੁਲ ਸਕ੍ਰੈਚ ਤੋਂ ਕੰਮ ਇਸ ਸਰਕਾਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ। ਔਰ ਬਿਲਕੁਲ ਤੁਹਾਡੀ ਗੱਲ ਸਹੀ ਹੈ, ਇੰਨੇ ਸਮੇਂ ਤੋਂ ਇੱਥੋਂ ਦੇ ਲੋਕਾਂ ਦੀ ਮੰਗ ਸੀਗੀ, ਅਰਦਾਸ ਸੀਗੀ। ਇੱਥੋਂ ਦੇ ਲੋਕ ਚਾਹੁੰਦੇ ਸੀ ਕਿ ਜਿਸ ਧਰਤੀ ਤੇ ਸਾਡੇ ਉਸ ਮਹਾਨ ਸ਼ਹੀਦ ਨੇ ਜਨਮ ਲਿਆ ਉੱਥੇ ਘੱਟੋ ਘੱਟ ਉਹਨਾਂ ਦੀ ਕੋਈ ਯਾਦਗਾਰ, ਕੋਈ ਇਹੋ ਜਿਹੀ ਥਾਂ ਬਣਾਈ ਜਾਵੇ ਜਿੱਥੇ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਬਾਰੇ ਹੋਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਕੇ ਜਾਣ ਸਕਣ, ਉਹਨਾਂ ਨੂੰ ਪਹਿਚਾਨ ਸਕਣ, ਉਹਨਾਂ ਨਾਲ ਜੁੜ ਸਕਣ। ਔਰ ਬੜੀ ਹੀ ਮੰਦਭਾਗੀ ਗੱਲ ਹੈ, ਬੜੀ ਹੀ ਇੱਕ ਮੈਂ ਕਹਿੰਦੀ ਹਾਂ ਆਇਰਨੀ ਰਹੀ ਹੈ, ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜੇ ਲੀਡਰ ਸਾਹਿਬਾਨ ਸੀਗੇ, ਜਿਹੜੇ ਪਹਿਲਾਂ ਇੱਥੇ ਸਾਡੇ ਸੁਨਾਮ ਦੇ ਲੀਡਰ ਸਾਹਿਬਾਨ ਸੀਗੇ, ਕਈ ਮੰਤਰੀ ਵੀ ਰਹੇ ਨੇ, ਕਈ ਹਲਕਾ ਇੰਚਾਰਜ ਵੀ ਰਹੇ ਨੇ, ਕਈ ਹੋਰ ਪੋਲੀਟੀਕਲ ਪਾਰਟੀਆਂ ਦੇ ਲੀਡਰਸ ਨੇ, ਉਹਨਾਂ ਨੇ ਨਾ ਸਰਕਾਰ ਵਿੱਚ ਨਾ ਉਹਨਾਂ ਨੇ ਆਪੋਜੀਸ਼ਨ ਵਿੱਚ, ਉਹਨਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਆਪਾਂ ਇਸ ਮੈਮੋਰੀਅਲ ਨੂੰ ਸ਼ੁਰੂ ਕਰਵਾਈਏ। ਊਧਮ ਸਿੰਘ ਜੀ ਤੇ
ਸਿਆਸਤ ਬਹੁਤ ਲੋਕਾਂ ਨੇ ਕੀਤੀ, ਉਹਨਾਂ ਦਾ ਨਾਂ ਬਹੁਤ ਲੋਕਾਂ ਨੇ ਵਰਤਿਆ, ਸੌਹਾਂ ਵੀ ਖਾਧੀਆਂ ਸ਼ਹੀਦਾਂ ਦੀਆਂ, ਪਰ ਉਹਨਾਂ ਲਈ ਯਾਦਗਾਰ ਬਣਾਉਣਾ ਕਿਸੇ ਨੇ। ਜਿਹੜੀ ਗੱਲ ਇਹ ਸਿਆਸਤ ਵਾਲੀ ਗੱਲ ਹੈ ਤਾਂ ਹੁਣ ਜਿਹੜੇ ਵਿਰੋਧੀ ਕਹਿ ਰਹੇ ਨੇ ਵੀ ਇਹ ਸਿਰਫ ਸਿਆਸਤ ਹੀ ਖੇਡੀ ਜਾ ਰਹੀ ਹੈ। ਹੁਣ ਵੀ ਜਿਹੜਾ 6 ਮਹੀਨਿਆਂ 'ਚ ਇੰਨੀ ਤੇਜ਼ੀ ਨਾਲ ਕੰਮ ਪੂਰਾ ਹੋਇਆ, ਪਹਿਲਾਂ ਕਿਉਂ ਨਹੀਂ ਹੋਇਆ? 4.5 ਸਾਲ ਬੀਤ ਚੁੱਕੇ ਸੀ। ਬਿਲਕੁਲ ਇਹ ਕੋਈ ਸਿਆਸਤ ਨਹੀਂ, ਕੰਮ ਪੂਰਾ ਹੋਇਆ ਹੈ ਔਰ ਪੂਰਾ ਹੋ ਕੇ ਲੋਕਾਂ ਦੇ ਹਵਾਲੇ ਕੀਤਾ ਗਿਆ ਹੈ। ਅੱਜ ਵਿਰੋਧੀਆਂ ਨੇ ਦੇਖੋ ਕੋਈ ਨਾ ਕੋਈ ਗੱਲ ਕਰਨੀ ਹੈ, ਵਿਰੋਧੀਆਂ ਨੇ ਕੁਛ ਨਾ ਕੁਛ ਕਹਿਣਾ ਹੀ ਹੁੰਦਾ ਹੈ, ਬਟ ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਸਾਡੇ ਵੱਲ ਉਂਗਲ ਚੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਝਾਤੀ ਮਾਰਨੀ ਚਾਹੀਦੀ ਹੈ। ਜਿਨ੍ਹਾਂ ਦੇ ਪਿਓ ਮੰਤਰੀ ਰਹਿ ਲਏ, ਜਿਹੜੇ ਖੁਦ ਕਈ ਅਹੁਦੇ ਭੋਗ ਚੁੱਕੇ ਨੇ, ਜਿਹੜੇ ਚਾਹੇ ਰਾਜ 'ਚ ਰਹੇ ਨੇ ਚਾਹੇ ਆਪੋਜੀਸ਼ਨ 'ਚ ਰਹੇ ਨੇ। ਜੋ ਮੈਂ ਵੀ ਤਾਂ ਇੱਕ ਹਲਕਾ ਇੰਚਾਰਜ ਹੀ ਸੀ, ਮੈਂ ਵੀ ਤਾਂ ਇੱਕ ਹਾਰੀ ਹੋਈ ਕੈਂਡੀਡੇਟ ਸੀਗੀ। ਜੇ ਮੈਂ ਇਸ ਕੰਮ ਨੂੰ ਮੰਨ ਲਓ 6 ਮਹੀਨਿਆਂ 'ਚ ਹੀ ਪੂਰਾ ਕਰਵਾਇਆ ਤਾਂ ਸਹੀ, ਤੁਸੀਂ ਤਾਂ ਇੰਨੀ ਵੀ ਕੋਸ਼ਿਸ਼ ਨਹੀਂ ਕੀਤੀ। ਤੁਹਾਡੀ ਵੀ ਵਕਾਰ ਦਾ ਸਵਾਲ ਬਣ ਗਿਆ। ਤੁਸੀਂ ਵੀ ਇਹ ਗੱਲ ਕਹੀ ਸੀ ਜੇਕਰ ਇਹ ਕੰਮ ਪੂਰਾ ਨਹੀਂ ਹੁੰਦਾ ਤਾਂ ਮੈਂ ਚੋਣਾਂ ਨਹੀਂ ਲੜਨੀਆਂ। ਤਾਂ ਇਹ ਪੁਆਇੰਟ ਨੂੰ ਲੈ ਕੇ ਵਿਰੋਧੀ ਕਹਿ ਰਹੇ ਨੇ ਵੀ ਚੋਣਾਂ ਲੜਨ ਵਾਸਤੇ ਇਸ ਤਰ੍ਹਾਂ ਦਾ ਹੁਣ ਜ਼ਬਰਦਸਤੀ ਜਿਹੜਾ ਕੰਮ ਪੂਰਾ ਕਰਵਾਇਆ। ਲਈ ਦੇਖੋ ਉਹ ਮੈਂ ਤਾਂ ਕਿਹਾ ਸੀ, ਮੈਂ ਤਾਂ ਇਹ ਵੀ ਕਿਹਾ ਸੀਗਾ ਕਿ ਜੇ ਨਾ ਪੂਰਾ ਹੋਇਆ, ਜੇ ਮੰਨ ਲਓ ਰੱਬ ਨਾ ਕਰੇ ਸਰਕਾਰ ਵੱਲੋਂ ਕੋਈ ਦਿੱਕਤ ਆਂਦੀ ਹੈ, ਕੋਈ ਪੈਸੇ ਨਹੀਂ ਦਿੱਤੇ ਜਾਂਦੇ, ਮਨਜ਼ੂਰ ਨਹੀਂ ਹੁੰਦੇ ਟਾਈਮ ਤੇ, ਤਾਂ ਮੈਂ ਆਪਣੀ ਜ਼ਮੀਨ, ਨਿੱਜੀ ਜ਼ਮੀਨ ਵੀ 2 ਕਿੱਲੇ ਵੇਚ ਕੇ ਇਸ ਨੂੰ ਬਣਵਾਉਂਗੀ। 2 3 4 5 ਜਿੰਨੇ ਵੀ ਲੱਗਣਗੇ ਮੈਂ ਵੇਚ। ਕਾਰਨ ਕੀ ਸੀ? ਦੇਖੋ ਜਿਹੜੇ ਇਹ ਉਦਮ ਸਿੰਘ ਜੀ ਤੁਹਾਡੀ ਬਰਾਦਰੀ ਚ ਆਉਂਦੇ ਨੇ, ਤੁਸੀਂ ਉਸ ਪੱਖ ਨੂੰ ਗਏ ਜਾਂ ਜਿਹੜੀ ਰਾਜਨੀਤੀ ਕਰਨੀ ਸੀ? ਦੇਖੋ ਜੇ ਰਾਜਨੀਤੀ ਕਰਨੀ ਸੀ ਤਾਂ ਕੀ ਮੈਨੂੰ ਹੀ ਇਹ ਰਾਜਨੀਤੀ ਆਂਦੀ ਸੀ? ਇਹਨਾਂ ਨੂੰ ਨਹੀਂ ਸੀ ਆਂਦੀ? ਇਹ ਵੀ ਕਰ ਲੈਂਦੇ। 10-10 ਸਾਲ ਇੱਥੇ ਮੰਤਰੀ ਰਹੇ ਨੇ, ਇਹਨਾਂ ਦੇ ਪਿਓ ਮੰਤਰੀ ਰਹੇ ਨੇ, ਸਾਡੇ ਇੱਥੇ ਜਿਹੜੇ ਮੌਜੂਦਾ ਐਮਐਲਏ ਸਾਹਿਬ ਨੇ ਇਹਨਾਂ ਦੇ ਪਿਓ ਮੰਤਰੀ ਰਹਿ ਲਏ, ਇਹ ਖੁਦ ਹਲਕਾ ਇੰਚਾਰਜ ਰਹਿ ਲਏ, ਇਹਨਾਂ ਦੇ ਭੈਣ ਹਲਕਾ ਇੰਚਾਰਜ ਰਹਿ ਲਈ। ਜੇ ਮੈਂ ਸਿਆਸਤ ਕਰਕੇ ਮੰਨ ਲਓ ਸਿਆਸਤ ਹੀ ਕੀਤੀ ਹੈ, ਸਿਆਸਤ ਹੀ ਕਰਕੇ ਮੈਂ ਮੈਮੋਰੀਅਲ ਬਣਾਤਾ, ਕੁਛ ਦੇਣ ਤਾਂ ਦਿੱਤੀ ਹਲਕੇ ਨੂੰ, ਕੁਛ ਲੋਕਾਂ ਵਾਸਤੇ, ਕੋਈ ਲੋਕਾਂ ਦੀ ਕੋਈ ਕਿਸੇ ਤਮੰਨਾ ਤੇ ਤਾਂ ਪੂਰਾ ਉਤਰੇ ਆ, ਕੋਈ ਲੋਕਾਂ ਦੀ ਇੱਛਾਵਾਂ ਪੂਰੀਆਂ ਕੀਤੀਆਂ, ਇਹ ਕਰ ਲੈਂਦੇ। ਗੱਲਾਂ ਕਰਨੀਆਂ ਬੜੀਆਂ ਈਜ਼ੀ ਹੈ, ਗੱਲਾਂ ਕੋਈ ਵੀ ਕਰ ਸਕਦਾ, ਪਰ ਜ਼ਮੀਨੀ ਤੌਰ ਤੇ ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਉਦਮ ਸਿੰਘ ਦੇ ਨਾਂ ਤੇ ਸਿਆਸਤ ਕਰਨੀ ਇਹਨਾਂ ਨੂੰ ਸੌਖੀ ਲੱਗਦੀ ਸੀ, ਪਰ ਉਹਦੇ ਨਾਂ ਤੇ ਕੰਮ ਕਰਨਾ। ਤੁਸੀਂ ਸਮਝਦੇ ਹੋ ਵੀ ਸਿਆਸਤ ਹੋਈ ਹੈ? ਇਸ ਮੈਮੋਰੀਅਲ ਨੂੰ ਲੈ ਕੇ ਸਿਆਸਤ ਕਿਸ ਤਰ੍ਹਾਂ ਦੀ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਸੀ, ਕੰਮ ਪੂਰਾ ਹੋਣਾ ਚਾਹੀਦਾ ਸੀ। 2016 ਦੇ ਵਿੱਚ ਨਹੀਂ ਪੱਥਰ ਰੱਖਿਆ ਗਿਆ ਤਾਂ ਤੁਸੀਂ 6 ਮਹੀਨਿਆਂ 'ਚ ਕੰਮ ਪੂਰਾ ਹੋ ਗਿਆ ਤਾਂ ਉਦੋਂ ਹੋ ਸਕਦਾ ਸੀ। ਸਿਆਸਤ ਤਾਂ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਜ਼ਮੀਨ ਖਰੀਦ ਕੇ ਤੇ ਨੀਂਹ ਪੱਥਰ ਲਾ ਲਿਆ। ਸਿਆਸਤ ਤਾਂ ਉਹਨਾਂ ਨੇ ਕੀਤੀ, ਸਾਨੂੰ ਕਿਉਂ ਕਹਿੰਦੇ? ਅਸੀਂ ਤਾਂ ਦੇਖੋ ਸਰਕਾਰ ਦਾ 5 ਸਾਲ ਦਾ ਟੈਨਿਓਰ ਹੁੰਦਾ, ਜੋ ਵੀ ਵਾਅਦੇ ਹੁੰਦੇ ਆ ਸਰਕਾਰ ਨੇ 5 ਸਾਲਾਂ ਪੂਰੇ ਕਰਨੇ ਹੁੰਦੇ ਆ। ਸਾਡੇ ਤਾਂ ਹਲੇ 6 ਮਹੀਨੇ ਪਏ ਆ, ਮੈਂ ਤਾਂ ਉਸ ਤੋਂ ਪਹਿਲਾਂ ਪੂਰਾ ਕਰਕੇ ਵਾਅਦਾ ਆਪਣਾ ਲੋਕਾਂ ਦੇ ਹਵਾਲੇ ਕਰ ਦਿੱਤਾ। ਮੈਡਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈਗੀ ਹੈ ਵੀ ਕੰਮ ਪੂਰਾ ਹੋ ਚੁੱਕਿਆ ਹੈ, ਪਰ ਅਜੇ ਵੀ ਉਹਨਾਂ ਦੀ ਕੁਝ ਮੰਗਾਂ ਨੇ, ਜਿਸ ਤਰ੍ਹਾਂ ਸ਼ਹੀਦ ਉਦਮ ਸਿੰਘ ਦੇ ਕੋਈ ਰਿਵਾਲਵਰ ਹੈ ਜਾਂ ਉਹਨਾਂ ਦੀ ਕਿਤਾਬ ਹੈ ਜਾਂ ਕੱਪੜੇ ਨੇ, ਅਜੇ ਤੱਕ ਲੰਡਨ ਤੋਂ ਨਹੀਂ ਆ ਸਕੇ। ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਉਦਮ ਸਿੰਘ ਜੀ ਦੀ ਜ਼ਿੰਦਗੀ ਨਾਲ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੁੜੀਆਂ ਹੋਈਆਂ ਜੋ ਉਹਨਾਂ ਨੇ, ਜੋ ਸ਼ਾਇਦ ਲੋਕਾਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ। ਬਹੁਤ ਸਾਰੇ ਐਸੇ ਦਸਤਾਵੇਜ਼ ਨੇ, ਬਹੁਤ ਸਾਰੀਆਂ ਐਸੀਆਂ ਚਿੱਠੀਆਂ ਨੇ, ਬਹੁਤ ਸਾਰੀਆਂ ਐਸੀਆਂ ਰਸੀਦਾਂ ਨੇ। ਮੈਂ ਆਪਣੀ ਵੀਡੀਓ ਰਾਹੀਂ ਵੀ ਲੋਕਾਂ ਨੂੰ ਇਹ ਦੱਸਿਆ ਹੈ ਕਿ ਉਹ ਚੀਜ਼ਾਂ ਅੱਜ ਇਸ ਜਿਹੜਾ ਮਿਊਜ਼ੀਅਮ ਜਿਹੜਾ ਪਿਛਲੇ ਸਾਲ ਹੀ ਮਨਜ਼ੂਰ ਹੋਇਆ ਹੈ ਉਸ ਮਿਊਜ਼ੀਅਮ ਵਿੱਚ ਰੱਖਣ ਜਾ ਰਹੇ, ਜੋ ਲੋਕਾਂ ਨੇ ਸ਼ਾਇਦ ਪਹਿਲਾਂ ਕਦੀ ਨਹੀਂ ਸੀ ਦੇਖਿਆ ਹੋਊਗਾ। ਹਾਂ, ਜਿਹੜੀ ਤੁਸੀਂ ਰਿਵਾਲਵਰ ਜਾਂ ਉਹਨਾਂ ਦੀ ਪਾਕਟ ਡਾਇਰੀ ਜਾਂ ਹੋਰ ਚੀਜ਼ਾਂ ਦੀ ਗੱਲ ਕਰ ਰਹੇ ਹੋ, ਉਹ ਸਕਾਟਲੈਂਡ ਯਾਰਡ ਦੇ ਮਿਊਜ਼ੀਅਮ ਉੱਥੇ ਇੰਗਲੈਂਡ ਵਿੱਚ ਪਈਆਂ ਔਰ ਉਹ ਉੱਥੋਂ ਦੀ ਸਰਕਾਰ ਨੇ ਆਪਣੀ, ਕਿਉਂਕਿ ਉਹ ਗ੍ਰਿਫਤਾਰ ਉੱਥੇ ਹੋਏ ਸੀਗੇ, ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਉਹ ਵੀ ਉੱਥੇ ਹੀ ਲੱਗੀ ਸੀਗੀ। ਸੋ ਚੀਜ਼ਾਂ ਉੱਥੋਂ ਲਿਆਣੀਆਂ, ਇਹ ਤਾਂ ਫਿਰ ਇੰਟਰਨੈਸ਼ਨਲ ਟ੍ਰੀਟੀਜ਼ ਜਾਂ ਇੰਟਰਨੈਸ਼ਨਲ ਲੈਵਲ ਦੇ ਜਿਹੜੀ ਗੱਲਬਾਤ ਹੈ ਉਸ ਤੇ ਹੋ ਜਾਂਦੀ ਹੈ। ਪਰ ਅਸੀਂ ਆਪਣੇ ਲੈਵਲ ਤੇ ਜੋ ਕੁਝ ਉਹਨਾਂ ਤੇ ਰਿਸਰਚ ਕਰ ਸਕਦੇ ਸੀ, ਜੋ ਕੁਝ ਅਸੀਂ ਉਹਨਾਂ ਦੇ ਜੀਵਨ ਬਾਰੇ ਇੱਥੇ ਲੋਕਾਂ ਵਾਸਤੇ ਪੇਸ਼ ਕਰ ਸਕਦੇ ਸੀ, ਉਹ ਅਸੀਂ ਕਰਵਾਇਆ। ਮੈਡਮ ਇੱਕ ਸ਼ਹੀਦ ਉਦਮ ਸਿੰਘ ਦੇ ਵਾਰਸਾਂ ਦੀ ਗੱਲ ਬਾਰ-ਬਾਰ ਆਉਂਦੀ ਹੈਗੀ ਹੈ ਵੀ ਸੁਨਾਮ ਦੇ ਵਿੱਚ ਹੁਣ ਜਿਹੜੇ ਕਿਹੜੇ ਵਾਰਸ ਇਹਨਾਂ ਦੇ ਰਹਿ ਚੁੱਕੇ ਹੈ, ਕਿਉਂਕਿ ਕਈ ਅਜੇ ਪਰਿਵਾਰ ਇਹ ਦਾਅਵਾ ਕਰਦੇ ਨੇ ਵੀ ਸਾਡੇ ਪੁੱਤਾਂ ਨੂੰ ਨੌਕਰੀਆਂ ਜਿਹੜੀਆਂ ਇਹ ਕਾਂਗਰਸ ਸਰਕਾਰ ਨੇ ਦਿੱਤੀਆਂ ਸੀ, ਲੈਟਰ ਦਿੱਤਾ ਸੀ, ਪਰ ਉਹ ਹੁਣ ਸ਼ਹੀਦ ਉਦਮ ਸਿੰਘ ਦੇ ਵਾਰਸ ਨਹੀਂ ਸਮਝਦੇ, ਪ੍ਰਸ਼ਾਸਨ ਨਹੀਂ ਸਮਝਦਾ, ਸਰਕਾਰ ਨਹੀਂ ਸਮਝਦਾ। ਉਹਦਾ ਕੀ ਰੇੜਕ ਹੈ?
ਦੇਖੋ ਜੀ ਉਦਮ ਸਿੰਘ ਜੀ ਦੀ ਜ਼ਿੰਦਗੀ ਬਾਰੇ ਜਦੋਂ ਵੀ ਆਪਾਂ ਰਿਸਰਚ ਕਰਦੇ ਆ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਉਂਦੀਆਂ, ਪਰ ਮੈਂ ਇਸ ਤੇ ਕੋਈ ਕਮੈਂਟ ਆਪਣੇ ਆਪ ਨੂੰ ਮੈਂ ਇਹ ਨਹੀਂ ਸਮਝਦੀ ਕਿ ਮੈਂ ਕਿਸੇ ਵੀ ਇਸ ਚੀਜ਼ ਨੂੰ ਇਸ ਤੇ ਕਮੈਂਟ ਕਰਾਂ ਕਿ ਕੋਈ ਕਿਸੇ ਦਾ ਵਾਰਿਸ ਹੈ ਜਾਂ ਨਹੀਂ ਹੈ। ਦੇਖੋ ਇਹ ਚੀਜ਼ਾਂ ਸਰਕਾਰ ਦੇ ਲੈਵਲ ਤੇ ਔਰ ਪ੍ਰਸ਼ਾਸਨ ਦੇ ਲੈਵਲ ਤੇ ਇਹ ਚੀਜ਼ਾਂ ਡਿਸਾਈਡ ਕੀਤੀਆਂ ਜਾਂਦੀਆਂ। ਬਿਲਕੁਲ ਅਸੀਂ ਉਹਨਾਂ ਦੀ ਜੋ ਵੀ ਉਹਨਾਂ ਦੇ ਵਾਰਿਸ ਹੈਗੇ ਨੇ ਜਾਂ ਉਹਨਾਂ ਨਾਲ ਸੰਬੰਧਿਤ ਇੱਥੋਂ ਸੁਨਾਮ ਦੇ ਲੋਕ ਨੇ, ਉਹਨਾਂ ਨਾਲ ਮੈਂ ਕੰਟੀਨਿਊਸਲੀ ਉਹਨਾਂ ਦੇ ਨਾਲ ਟੱਚ ਵਿੱਚ ਹਾਂ। ਉਹਨਾਂ ਦੀ ਅੱਗੇ ਪਿੱਛੇ ਕੋਈ ਉਹਨਾਂ ਦੀ ਦੁੱਖ ਤਕਲੀਫ ਹੁੰਦੀ ਹੈ ਉਹਦੇ ਵਿੱਚ ਹਿੱਸਾ ਵੀ ਪਾਈਦਾ ਹੈ। ਔਰ ਜਿਹੜੀ ਨੌਕਰੀ ਦੀ ਗੱਲ ਹੈ, ਦੇਖੋ ਨੌਕਰੀ ਦੀ ਗੱਲ ਇੱਕ ਸਰਕਾਰੀ ਫੈਸਲਾ ਹੈ, ਉਹ ਸੀਐਮ ਲੈਵਲ ਤੇ ਜਾਂ ਕੈਬਨਿਟ ਲੈਵਲ ਤੇ ਹੋਣਾ। ਉਹਦੇ ਵਿੱਚ ਦੇਖੋ ਅਸੀਂ ਤਾਂ ਆਪਣਾ ਸਿਰਫ ਆਵਾਜ਼ ਉਠਾ ਸਕਦੇ ਹਾਂ, ਉਹ ਮੈਂ ਉਠਾਉਂਦੀ ਰਹੀ ਹਾਂ। ਬਾਕੀ ਉਹਦੇ 'ਚ ਡਿਸਾਈਡ ਹੋਣਾ ਹੈ ਕੌਣ ਵਾਰਿਸ ਹੈ ਨਹੀਂ ਹੈ, ਕਿਸ ਨੂੰ ਮਿਲਣਾ ਚਾਹੀਦਾ ਨਹੀਂ ਮਿਲਣਾ ਚਾਹੀਦਾ, ਦੈਟ ਇਜ਼ ਅ ਐਡਮਿਨਿਸਟ੍ਰੇਟਿਵ ਡਿਸੀਜਨ ਜਾਂ ਦੈਟ ਇਜ਼ ਦ ਡਿਸੀਜਨ ਆਫ ਦੀ ਗਵਰਨਮੈਂਟ। ਉਹਦੇ ਵਿੱਚ ਮੇਰਾ ਐਡਾ ਕੋਈ ਰੋਲ ਨਹੀਂ ਹੈਗਾ, ਮੈਂ ਤਾਂ ਸਿਰਫ ਇੱਕ ਪ੍ਰਸਤਾਵ ਦੇ ਸਕਦੀ ਹਾਂ ਜੋ ਮੈਂ ਦਿੱਤਾ। ਮੈਡਮ ਇਹ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਬਹੁਤ ਖੁਸ਼ੀ ਹੈ ਅੱਜ, ਕਿਉਂਕਿ ਐਡਾ ਵੱਡਾ ਕੰਮ ਪੂਰਾ ਹੋਇਆ। 20 ਸਾਲ ਲੱਗ ਗਏ, ਜੇ ਕੰਮ ਨਹੀਂ ਪੂਰਾ ਹੋ ਸਕਿਆ, ਖੁਸ਼ੀ ਤਾਂ ਬਹੁਤ ਜ਼ਿਆਦਾ ਹੈਗੀ ਹੈ। ਤੁਹਾਡੇ ਮਨ ਨੂੰ ਤਸੱਲੀ ਕਿਵੇਂ ਲੱਗਦੀ ਹੈਗੀ ਹੈ ਹੁਣ? ਬਿਲਕੁਲ ਮਨ ਨੂੰ ਤਸੱਲੀ ਹੈ ਜੀ। ਮੈਂ ਤਾਂ ਦਿਨ ਰਾਤ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ, ਕਿਉਂਕਿ ਮੈਂ ਸੋਚਦੀ ਹਾਂ ਕਿ ਇਸ ਕੰਮ ਲਈ ਵੀ ਪਰਮਾਤਮਾ ਨੇ ਹੀ ਸਾਨੂੰ ਇੱਕ ਜ਼ਰੀਆ ਬਣਾਇਆ ਹੈ। ਇਨਸਾਨ ਆਪ ਤਾਂ ਕੋਈ ਵੀ ਚੀਜ਼ ਜੇ ਇਨਸਾਨ ਕਵੇ ਕਿ ਜੀ ਮੈਂ ਕਰਵਾਤਾ, ਉਹ ਤਾਂ ਬਹੁਤ ਇੱਕ ਮੂਰਖਤਾ ਦੀ ਗੱਲ ਹੋਵੇਗੀ। ਪਰਮਾਤਮਾ ਹੈ ਜਿਹਨੇ ਸ਼ਕਤੀ ਬਖਸ਼ੀ, ਪਰਮਾਤਮਾ ਨੇ ਬਲ ਬਖਸ਼ਿਆ ਔਰ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਹੈ, ਤਸੱਲੀ ਹੈ, ਖੁਸ਼ੀ ਹੈ ਕਿ ਇੱਕ ਮੈਮੋਰੀਅਲ ਉਸ ਮਹਾਨ ਸ਼ਹੀਦ ਦੇ ਨਾਮ ਤੇ ਜਿਸਨੇ ਸਾਡੇ ਪੰਜਾਬੀਅਤ ਲਈ, ਸਾਡੇ ਲੋਕਾਂ ਦੀ ਸਪਿਰਿਟ ਲਈ ਆਪਣੇ ਉਹਦਾ ਬਦਲਾ ਲਿਆ ਔਰ ਉਸ ਜ਼ਾਲਮ ਉਸ ਅੰਗਰੇਜ਼ ਨੂੰ ਉੱਥੇ ਉਹਦੇ ਦੇਸ਼ 'ਚ ਜਾ ਕੇ, ਉਹਦੇ ਲੋਕਾਂ ਵਿੱਚ ਜਾ ਕੇ ਉਸ ਨੂੰ 20 ਸਾਲ ਬਾਅਦ ਮਾਰ ਕੇ ਸਾਡੇ ਪੰਜਾਬ ਦੇ ਲੋਕਾਂ ਦਾ ਜਿਹੜਾ ਡੁੱਲਿਆ ਖੂਨ ਸੀ ਉਸ ਦਾ ਬਦਲਾ ਲਿਆ। ਤਾਂ ਬਹੁਤ ਤਸੱਲੀ ਹੈ। ਔਰ ਪਰ ਇਹ ਮੈਂ ਤੁਹਾਨੂੰ ਨਾਲ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇੱਕ ਔਨਗੋਇੰਗ ਪ੍ਰੋਸੈਸ ਹੈ। ਇਹ ਸਿਰਫ ਇੰਨਾ ਹੀ ਨਹੀਂ ਕਿ ਮੈਮੋਰੀਅਲ ਬਣਾ ਕੇ ਤੇ ਕੰਮ ਖਤਮ ਹੋ ਗਿਆ। ਇਸ ਨੂੰ ਮੇਨਟੇਨ ਕਰਨਾ, ਇਸ ਵਿੱਚ ਕੋਈ ਐਡੀਸ਼ਨਸ ਕਰਨੀਆਂ, ਮਿਊਜ਼ੀਅਮ ਵਿੱਚ ਹੋਰ ਕੋਈ ਰਿਸਰਚ ਕਰਕੇ ਚੀਜ਼ਾਂ ਲਿਆਉਣੀਆਂ, ਆਥੈਂਟਿਕ ਚੀਜ਼ਾਂ ਇੱਥੇ ਪੇਸ਼ ਕਰਨੀਆਂ, ਇੱਕ ਔਨਗੋਇੰਗ ਪ੍ਰੋਸੈਸ ਹੈ। ਔਰ ਮੈਂ ਵਾਅਦਾ ਕਰਦੀ ਹਾਂ ਇੱਥੋਂ ਦੇ ਲੋਕਾਂ ਨਾਲ ਕਿ ਉਸ ਲਈ ਮੈਂ 100% ਡੈਡੀਕੇਸ਼ਨ ਨਾਲ ਸਮਰਪਿਤ ਰਵਾਂਗੀ ਜਦ ਤੱਕ ਕਿ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਹਾਂ ਵਾਕਈ ਇੱਥੇ ਸਾਡੇ ਉਦਮ ਸਿੰਘ ਜੀ ਦਾ ਇੱਕ ਯਾਦ, ਇੱਥੇ ਉਦਮ ਸਿੰਘ ਜੀ ਦੀ ਆਈਡੀਓਲੋਜੀ ਔਰ ਉਹਨਾਂ ਦੀ ਸੋਚ ਇੱਥੇ ਆ ਕੇ ਮਹਿਸੂਸ ਹੁੰਦੀ ਹੈ। ਬਿਲਕੁਲ ਇਹ ਜਿਸ ਤਰ੍ਹਾਂ ਦਮਨ ਥਿੰਦ ਬਾਜਵਾ ਨੇ ਜਿਹੜਾ ਲੋਕਾਂ ਨੂੰ ਵਾਅਦਾ ਕੀਤਾ ਹੈਗਾ ਉਹ ਜ਼ਰੂਰ ਪੂਰਾ ਹੋਇਆ, ਕਿਉਂਕਿ ਇਹ ਪਿਛਲੇ 6 ਮਹੀਨਿਆਂ ਤੋਂ ਬੜੀ ਤੇਜ਼ੀ ਨਾਲ ਕੰਮ ਚੱਲਿਆ ਤੇ ਉਸ ਤੋਂ ਬਾਅਦ ਇਹ ਖੁਸ਼ੀ ਦਾ ਦਿਨ ਆਇਆ। ਇਹਨਾਂ ਨੇ ਇਹ ਵੀ ਗੱਲ ਮੰਨੀ ਹੈ ਕਿ ਇਸ ਤੇ ਰਾਜਨੀਤੀ ਹੋਈ ਹੈ, ਤਾਂ ਹੀ 2 ਦਸ਼ਕ ਲੱਗ ਚੁੱਕੇ ਸੀ ਤੇ ਇੱਥੇ ਕੰਮ ਪੂਰਾ ਨਹੀਂ ਹੋ ਸਕਿਆ ਸੀ। 2016 ਦੇ ਵਿੱਚ ਨੀਂਹ ਪੱਥਰ ਰੱਖਿਆ। ਜੇਕਰ 6 ਮਹੀਨਿਆਂ ਦੇ ਵਿੱਚ ਕੰਮ ਹੋ ਸਕਦਾ ਹੈ ਤਾਂ ਪਹਿਲਾਂ ਕਿਉਂ ਨਹੀਂ ਹੋ ਸਕਿਆ? ਇਹ ਸਵਾਲ ਜ਼ਰੂਰ ਉੱਠਦੇ ਨੇ। ਮੈਨੂੰ ਦਿਓ ਇੱਕ ਵਾਰ ਫਿਰ ਇਜਾਜ਼ਤ, ਤੇ ਤੁਸੀਂ ਪ੍ਰੋ ਪੰਜਾਬ ਟੀਵੀ ਦੇਖਦੇ ਰਹੋ ਤੇ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਧੰਨਵਾਦ।